ਜਿਹੜੇ ਸ਼ਾਰਪ ਸ਼ੂਟਰ ਬਣੇ ਰਹੇ ਆ ਕੈਪਟਨ ਅਮਰਿੰਦਰ ਸਿੰਘ ਜੀ, ਕਿੱਥੇ ਕੁ ਤੱਕ ਆਪਾਂ ਇਹਨਾਂ ਨੂੰ ਲੁਕੋ ਲਵਾਂਗੇ, ਕਿੱਥੇ ਕੁ ਤੱਕ ਆਪਾਂ ਸਿਲੈਕਟਿਵ ਲੀਕੇਜ ਕਰਕੇ ਸਿਲੈਕਟਿਵ ਬੰਦਿਆਂ ਦੇ ਡੋਜ਼ੀਅਰ ਬਣਾ ਕੇ, ਤੇ ਜੇ ਹੁਣ ਤੱਕ ਜੇ ਤੁਹਾਨੂੰ ਸਾਰੀਆਂ ਇਹਨਾਂ ਚੀਜ਼ਾਂ ਦਾ ਪਤਾ ਸੀ ਤਾਂ ਫਿਰ ਆਪਾਂ ਕਿੱਥੇ ਖੜੇ ਆ। ਜੇ ਇਹ ਇਨ ਰਾਈਟਿੰਗ ਦੇ ਕੇ ਆਏ ਆ, ਇਹ ਕਲੈਰੀਫਾਈ ਕਰਨ, ਜੇ ਇਨ ਰਾਈਟਿੰਗ ਦੇ ਕੇ ਆਏ ਆ ਤਾਂ ਫਿਰ ਇਹ ਇਹਨਾਂ ਦੀ ਇੱਕ ਕਨਫੈਸ਼ਨਲ ਸਟੇਟਮੈਂਟ ਆ ਕਿ ਹੀ ਇਜ਼ ਰਨਿੰਗ ਏ ਕਰਪਟ ਗਵਰਨਮੈਂਟ। 1200 ਕਰੋੜ ਰੁਪਈਆ ਸਿਸਟਮ ਦੇ ਵਿੱਚੋਂ ਇੱਕੋ ਹੀ ਬੰਦਾ ਖਾ ਗਿਆ। ਉਹਦੇ ਵਿੱਚ ਨਾ ਕੋਈ ਪੋਲੀਟੀਕਲ ਬੰਦਾ ਸੀ, ਨਾ ਕੋਈ ਬਿਊਰੋਕਰੈਟ ਸੀ, ਨਾ ਕੋਈ ਥੱਲੇ ਸੀ, ਨਾ ਕੋਈ ਉੱਪਰ ਸੀ। ਤੇ ਜੇ ਇਹੋ ਜਿਹਾ ਸਿਸਟਮ ਹੈ ਤੇ ਫਿਰ ਆਪਾਂ ਜਿਹੜਾ 32,000 ਕਰੋੜ ਰੁਪਈਏ ਦੀਆਂ ਤਨਖਾਹਾਂ ਦਿੰਦੇ ਉਹ ਕਾਹਦੇ ਲਈ ਦਿੰਦੇ ਆ। ਬਠਿੰਡੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਜਿਹੜਾ ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਾਈ ਗਈ ਆ, ਉਹਨੂੰ ਨੋਮੀਨੇਟ ਤਾਂ ਕਰ ਲਿਆ, ਪਰ ਕੈਪਟਨ ਸਾਹਿਬ ਉਹਦੇ ਤੋਂ ਪੜਦਾ ਜਿਹੜਾ ਇਹ ਸ਼ਰਾਰਤ ਹੋਈ ਆ, ਔਰ ਇਹ ਸ਼ਰਾਰਤ ਬੀਜੇਪੀ ਵੱਲੋਂ ਹੋਈ ਆ, ਕਿਉਂਕਿ ਬੀਜੇਪੀ ਦਾ ਇੱਕ ਲੀਡਰ ਜਿਹੜਾ ਉਹਦੇ ਵਿੱਚ ਇਨਵੋਲਵ ਹੋਇਆ, ਉਹਦੀ ਫੁਟੇਜ ਵੀ ਆਈ ਆ ਜਾਂ ਹੋਰ ਵੀ ਚੀਜ਼ਾਂ ਆਈਆਂ। ਤੇ ਆਪਾਂ ਇਹੋ ਜਿਹੀਆਂ ਸ਼ਰਾਰਤਾਂ ਪੰਜਾਬ ਦੇ ਵਿੱਚ ਕਰਾਂਗੇ ਤਾਂ ਇਹ ਪੰਜਾਬ ਨਹੀਂ, ਬਹੁਤੀ ਚੰਗੀ ਗੱਲ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਜੀ, ਇਹ ਸਰਕਾਰ ਕੌਣ ਚਲਾ ਰਿਹਾ, ਇਹ ਕਿੱਦਾਂ ਚੱਲ ਰਹੀ ਆ? ਮੈਨੂੰ ਤਾਂ ਕਈ ਵਾਰੀ ਅਸਲੀ ਗੱਲ ਹੈ, ਮੈਂ ਬਹੁਤ ਰਿਸਪੈਕਟ ਕਰਦਾ, ਕਿਉਂਕਿ ਇਸ ਕਰਕੇ ਕਰਦਾ ਵੀ ਇਸ ਬੰਦੇ ਦੀ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਜਿਹੜੀ ਆ ਉਹ ਸਾਰਿਆਂ ਨਾਲੋਂ ਚੰਗੀ ਸੀ। ਪਰ ਮੈਨੂੰ ਹੁਣ ਕਈਆਂ ਚੀਜ਼ਾਂ 'ਤੇ ਸ਼ੱਕ ਹੁੰਦਾ ਵੀ ਇਹਨਾਂ ਦੀ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਸਰਕਾਰ ਮੈਨੂੰ ਤਾਂ ਆਪ ਨਹੀਂ ਸਮਝ ਆਈ ਕਿ ਕੌਣ ਚਲਾ ਰਿਹਾ। ਕਿਉਂਕਿ ਇੱਕ ਪਾਸੇ ਤਾਂ ਅਸੀਂ ਪਰਵਰਾਜ ਉਮਰਾਂ ਲੰਘਣ ਦੇ ਅਗੇਂਸਟ ਪ੍ਰੋਸੀਡਿੰਗ ਸ਼ੁਰੂ ਕੀਤੀਆਂ ਤੇ ਹਾਈ ਕੋਰਟ ਦੇ ਵਿੱਚ ਅਸੀਂ ਜਾ ਕੇ ਸਟੇਟਮੈਂਟ ਦੇਣ ਰਹੇ ਹਾਂ, ਔਰ ਉੱਥੇ ਇਹ ਵੀ ਪੁੱਛਿਆ ਗਿਆ ਵੀ ਤੁਹਾਡੇ ਕੋਲ ਅਥਾਰਟੀ ਵੀ ਹੈਗੀ ਹੈ ਇਹ ਸਟੇਟਮੈਂਟ ਰਿਕਾਰਡ ਕਰਾਉਣ ਦੀ। ਉਹਨਾਂ ਨੇ ਕਿਹਾ ਮੇਰੇ ਕੋਲ ਕੰਪੀਟੈਂਟ ਅਥਾਰਟੀ ਦੇ ਵੱਲੋਂ ਮੇਰੇ ਕੋਲ ਕਲੀਅਰ ਕੱਟ ਇੰਸਟਰਕਸ਼ਨ ਹੈਗੀਆਂ ਵੀ ਹਾਂ ਵੀ ਅਸੀਂ ਇਹਨਾਂ ਨੇ ਕੋਈ ਕੇਸ ਜਿਹੜਾ ਉਹ ਜਿਹੜੀਆਂ ਪ੍ਰੋਸੀਡਿੰਗਾਂ ਉਹ ਨਹੀਂ ਚਲਾਵਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਕੱਢਿਆ। ਅਸਲੀ ਗੱਲ ਹੈ ਕਿ ਜਿਸ ਦਿਨ ਤੋਂ ਕੈਪਟਨ ਅਮਰਿੰਦਰ ਸਿੰਘ ਜਿਹੜੀ ਦਿੱਲੀ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਆਏ ਆ, ਉਸ ਦਿਨ ਤੋਂ ਬੜੀਆਂ ਸਿਲੈਕਟਿਵ ਜੀਆਂ ਲੀਕੇਜ ਤੇ ਜਿਹਦੇ ਵਿੱਚ ਜਿਹੜੇ ਡੋਜ਼ੀਅਰ ਬਣਾ ਕੇ ਦਿੱਤੇ ਗਏ ਆ MLAs ਤੇ ਮਿਨਿਸਟਰਸ ਦੇ, ਤੇ ਉਹਦੀਆਂ ਖਬਰਾਂ ਕਾਫੀ ਆ ਰਹੀਆਂ। ਇੱਕ ਤਾਂ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਤੁਸੀਂ ਪਬਲਿਕਲੀ ਦੱਸੋ ਵੀ ਜੇ ਇਹ ਡੋਜ਼ੀਅਰ ਗਏ ਆ ਤੇ ਇਹ ਕਰਪਟ ਬੰਦੇ ਕਿਹੜੇ ਆ, ਤੇ ਜੇ ਮੇਰਾ ਵੀ ਉਹਦੇ ਵਿੱਚ ਹੈਗਾ ਤਾਂ ਮੇਰਾ ਵੀ ਸਭ ਤੋਂ ਪਹਿਲਾਂ ਭਾਵੇਂ ਜਿਹੜਾ ਕੱਢ ਕੇ ਦੱਸੋ। ਔਰ ਹੈਰਾਨਗੀ ਦੀ ਗੱਲ ਪਤਾ ਕੀ ਆ ਕਿ ਇੱਕ ਮਿਨਿਸਟਰ ਜਿਹੜਾ 2 ਵਾਰੀ ਇੱਕ ਜ਼ਮੀਨ ਦੀ ਕੰਪਨਸੇਸ਼ਨ ਲੈ ਗਿਆ, ਉਹ ਅੱਜ ਕੱਲ੍ਹ ਜਿਹੜੇ ਸ਼ਾਰਪ ਸ਼ੂਟਰ ਬਣੇ ਰਹੇ ਆ ਕੈਪਟਨ ਅਮਰਿੰਦਰ ਸਿੰਘ ਜੀ, ਕਿੱਥੇ ਕੁ ਤੱਕ ਆਪਾਂ ਇਹਨਾਂ ਨੂੰ ਲੁਕੋ ਲਵਾਂਗੇ, ਕਿੱਥੇ ਕੁ ਤੱਕ ਆਪਾਂ ਸਿਲੈਕਟਿਵ ਲੀਕੇਜ ਕਰਕੇ ਸਿਲੈਕਟਿਵ ਬੰਦਿਆਂ ਦੇ ਡੋਜ਼ੀਅਰ ਬਣਾ ਕੇ, ਤੇ ਜੇ ਹੁਣ ਤੱਕ ਜੇ ਤੁਹਾਨੂੰ ਸਾਰੀਆਂ ਇਹਨਾਂ ਚੀਜ਼ਾਂ ਦਾ ਪਤਾ ਸੀ ਤਾਂ ਫਿਰ ਆਪਾਂ ਕਿੱਥੇ ਖੜੇ ਆ। ਜੇ ਇਹ ਇਨ ਰਾਈਟਿੰਗ ਦੇ ਕੇ ਆਏ ਆ, ਇਹ ਕਲੈਰੀਫਾਈ ਕਰਨ, ਜੇ ਇਨ ਰਾਈਟਿੰਗ ਦੇ ਕੇ ਆਏ ਆ ਤਾਂ ਫਿਰ ਇਹ ਇਹਨਾਂ ਦੀ ਇੱਕ ਕਨਫੈਸ਼ਨਲ ਸਟੇਟਮੈਂਟ ਆ ਕਿ ਹੀ ਇਜ਼ ਰਨਿੰਗ ਏ ਕਰਪਟ ਗਵਰਨਮੈਂਟ। ਔਰ ਮੈਂ ਤਾਂ ਇਸ ਗੱਲ ਤੇ ਹੈਰਾਨ ਹੈ, ਆ ਮੇਰੇ ਕੋਲ ਕਾਗਜ਼ ਹੈਗੇ ਆ, ਗਵਰਨਮੈਂਟ ਨੇ 4 ਸਾਲ ਪਹਿਲਾਂ ਇੱਕ ਇਰੀਗੇਸ਼ਨ ਘੁਟਾਲਾ ਫੜਿਆ ਤੇ ਉਸ ਘੁਟਾਲੇ ਦੇ ਵਿੱਚ ਕਨਫੈਸ਼ਨਲ ਸਟੇਟਮੈਂਟ ਵੀ ਆ, ਜਿਹਦੇ ਵਿੱਚ 3 IAS ਆਫੀਸਰ ਤੇ 2 ਪੋਲੀਟੀਸ਼ੀਅਨ ਆ। ਤੇ ਜੇ ਕਨਫੈਸ਼ਨਲ ਸਟੇਟਮੈਂਟ ਵੀ ਹੈਗੀ ਆ ਤੇ ਫਿਰ ਇਹਨਾਂ ਡੋਜ਼ੀਅਰ ਦਾ ਕੀ ਬਣਿਆ, ਇਹ ਕਿੱਥੇ ਰਹਿ ਗਏ? ਕਿਉਂਕਿ ਜੇ
ਇਹੋ ਜੀ ਸੋਚ ਨਾਲ ਆਪਾਂ ਚੱਲਣ ਡਏ ਆ ਤਾਂ ਫਿਰ ਆਪਾਂ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਹਾਂ। ਔਰ ਉਹਦੇ ਨਾਲ ਕਿਉਂਕਿ ਇਹਦੇ ਵਿੱਚ 35 ਕਰੋੜ ਤੇ 35 ਲੱਖ ਰੁਪਏ ਦਾ ਜਿਹੜਾ ਗੁਰਿੰਦਰ ਸਿੰਘ ਜਿਹੜਾ ਫੜ ਹੋਇਆ ਸੀ ਉਹਦੀ ਸਟੇਟਮੈਂਟ ਆ, ਉਹਨੂੰ ਕਦੀ ਕਰੈਬੋਰੇਟ ਕੀਤਾ। ਉਹਦੀਆਂ ਫਰਦਰ 2 ਫਾਈਲਾਂ ਕਦੀ ਉਹ ਡਿਪਾਰਟਮੈਂਟ ਨੂੰ ਚਲੇ ਜਾਂਦੀਆਂ, ਕਦੀ ਉਹ ਕਿਸੇ ਪਾਸੇ ਨੂੰ ਚਲੇ ਜਾਂਦੀਆਂ। ਔਰ ਉਹਦੇ ਨਾਲ ਇੱਕ 1200 ਕਰੋੜ ਰੁਪਏ ਦਾ ਜਿਹੜਾ ਸੁਰਿੰਦਰਪਾਲ ਪਹਿਲਵਾਨ ਆ ਉਹਦੇ ਤੇ ਪਰਚਾ ਦਰਜ ਕੀਤਾ ਸੀ। ਤੇ ਮੈਂ ਇਸ ਗੱਲ ਦੀ ਹੈਰਾਨਗੀ ਮਹਿਸੂਸ ਕਰਦਾ ਵੀ 1200 ਕਰੋੜ ਰੁਪਈਆ ਸਿਸਟਮ ਦੇ ਵਿੱਚੋਂ ਇੱਕੋ ਹੀ ਬੰਦਾ ਖਾ ਗਿਆ। ਉਹਦੇ ਵਿੱਚ ਨਾ ਕੋਈ ਪੋਲੀਟੀਕਲ ਬੰਦਾ ਸੀ, ਨਾ ਕੋਈ ਬਿਊਰੋਕਰੈਟ ਸੀ, ਨਾ ਕੋਈ ਥੱਲੇ ਸੀ, ਨਾ ਕੋਈ ਉੱਪਰ ਸੀ। ਤੇ ਜੇ ਇਹੋ ਜਿਹਾ ਸਿਸਟਮ ਹੈ ਤੇ ਫਿਰ ਆਪਾਂ ਜਿਹੜਾ 32,000 ਕਰੋੜ ਰੁਪਏ ਦੀਆਂ ਤਨਖਾਹਾਂ ਦਿੰਨੇ ਆ ਉਹ ਕਾਹਦੇ ਲਈ ਦਿੰਨੇ ਆ? ਉਹਨੂੰ ਕੋਈ ਸੁਪਰਵਾਈਜ਼ ਕਰਨ ਵਾਲਾ ਨਹੀਂ ਸੀ। ਅਕਾਲੀ ਦਲ ਦੀ ਸਰਕਾਰ ਸੀ, ਬੀਜੇਪੀ ਨਾਲ ਉਹਦੀ ਭਾਈਵਾਲ ਸੀ, ਤੇ ਉਹ ਕਿੱਥੇ ਐਗਜ਼ੀਕਿਊਟ ਹੋਇਆ ਮੈਨੂੰ ਨਹੀਂ ਲੱਗਦਾ ਕਦੀ ਇਸ ਗੱਲ ਤੇ ਆਪਾਂ ਗੌਰ ਵੀ ਕੀਤੀ ਹੋਵੇ। ਔਰ ਏਸੀ ਵਿਜੀਲੈਂਸ ਡਿਪਾਰਟਮੈਂਟ ਨੇ 2003 ਦੇ ਵਿੱਚ ਡਿਸਪ੍ਰਪੋਰਸ਼ਨੇਟ ਐਸੈਟਸ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਇਹਨਾਂ ਤੇ ਪਰਿਵਾਰ ਤੇ ਪਰਚਾ ਦਰਜ ਕੀਤਾ ਸੀ। ਔਰ ਉਹਦਾ ਆਈਓ ਸੁਰਿੰਦਰਪਾਲ ਸੀ ਤੇ ਸੁਪਰਵਾਈਜ਼ਰੀ ਆਫੀਸਰ ਬੀਕੇ ਉੱਪਲ ਸੀ। ਤੇ ਉਹ ਐਂਡ ਆਫ ਦਾ ਡੇ ਜਦੋਂ ਉਹਨਾਂ ਦੀ ਇਕੁਇਟਲ ਹੋਈ ਆ ਉਹਦੇ ਵਿੱਚ 59 ਜਿਹੜੇ ਗਵਾਹ ਆ ਉਹ ਹੌਸਟਾਈਲ ਹੋਏ ਆ, ਇਨਕਲੂਡਿੰਗ ਆਈਓ ਐਂਡ ਸੁਪਰਵਾਈਜ਼ਰੀ ਆਫੀਸਰ। ਔਰ ਮੈਨੂੰ ਕਿਉਂਕਿ ਮੈਂ ਥੋੜ੍ਹੀ ਬਹੁਤੀ ਨੌਕਰੀ ਵੀ ਕੀਤੀ ਆ, ਜਿੰਨੀ ਕੁ ਮੈਨੂੰ ਗੱਲ ਸਮਝ ਆਉਂਦੀ ਆ, ਕਿਉਂਕਿ ਜੇ ਇੱਦਾਂ ਦੇ ਅਸੀਂ ਕੰਮ ਕਰਨੇ ਆ ਔਰ ਉਸ ਜੱਜਮੈਂਟ ਦੇ ਵਿੱਚ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਤੇ ਆਈ ਸੀ ਉਹਦੇ ਵਿੱਚ ਬੇਸਿਕਲੀ ਬੀਕੇ ਉੱਪਰ ਲਈ ਰਿਕਮੈਂਡ ਹੋਇਆ ਸੀ ਵੀ ਇਹਦੇ ਤੇ ਪਰਚਰੀ ਦਾ ਜਿਹੜਾ ਪਰਚਾ ਦਰਜ ਕੀਤਾ ਜਾਵੇ ਔਰ ਇਹ ਹਾਈ ਕੋਰਟ ਦੇ ਵਿੱਚ ਅਨਕੰਡੀਸ਼ਨਲ ਅਪੋਲੋਜੀ ਲੈ ਕੇ ਤੇ ਉਹ ਕੇਸ ਜਿਹੜਾ ਆ ਉਹ ਸੈਟਲ ਹੋਇਆ। ਕੈਪਟਨ ਅਮਰਿੰਦਰ ਸਿੰਘ ਜੀ, ਆਪਾਂ ਇਹ ਨਾ ਕਰੀਏ, ਆਪਾਂ ਇਹ ਕਿੱਧਰ ਨੂੰ ਖੇਡ ਤੋਰ ਲਈ ਆ। ਔਰ ਮੈਂ ਤਾਂ ਕਿਉਂਕਿ ਨਾ ਤਾਂ ਕੋਈ ਡਿਵੀਜ਼ਨ ਹੈ ਕਾਂਗਰਸ ਦੇ ਵਿੱਚ, ਲੇਕਿਨ ਮੈਂ ਤੁਹਾਨੂੰ ਵੀ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਵੀ ਕਹੂੰਗਾ, ਕਿਉਂਕਿ ਆਪਾਂ ਸਾਰਿਆਂ ਨੇ ਪੰਜਾਬ 'ਚ ਰਹਿਣਾ, ਆਪਣੇ ਬੱਚਿਆਂ ਨੇ ਪੰਜਾਬ 'ਚ ਪੜ੍ਹਨਾ, ਆਪਾਂ ਪੰਜਾਬ ਦੇ ਜੰਮਪਲ ਹੈ, ਆਪਾਂ ਪੰਜਾਬ ਦੀ ਬਿਹਤਰੀ ਦੀ ਗੱਲ ਕਰਦੇ ਆ, ਲੇਕਿਨ ਆਪਾਂ ਡਿਵੀਜ਼ਨ ਦੀ ਗੱਲ ਨਾ ਕਰਕੇ ਆਪਾਂ ਇੱਕ ਸਿਸਟਮ ਦੀ ਔਰ ਇੱਕ ਇਸ਼ੂਜ਼ ਦੀ ਗੱਲ ਕਰੀਏ। ਕਿਉਂਕਿ ਜੇ ਆਪਾਂ ਇਸ਼ੂਜ਼ ਦੀ ਗੱਲ ਨਹੀਂ ਕਰਾਂਗੇ, ਮੈਂ ਤਾਂ ਕਈ ਵਾਰੀ ਐਕਚੁਅਲੀ ਹੁਣ ਹੋ ਕੀ ਰਿਹਾ ਕਿ ਉਸ ਗਰੁੱਪ ਦੇ ਵਿੱਚ ਕਿੰਨੇ ਬੰਦੇ ਆ, ਉਸ ਗਰੁੱਪ ਦੇ ਵਿੱਚ ਕਿੰਨੇ ਬੰਦੇ ਆ, ਮੈਨੂੰ ਤਾਂ ਇਹ ਨਹੀਂ ਲੱਗਿਆ ਵੀ ਕਿਹੜਾ ਗਰੁੱਪ ਹੈ। ਇਹ ਗਰੁੱਪ ਕ੍ਰੀਏਟ ਕੀਤੇ ਜਾ ਰਹੇ ਆ ਔਰ ਉਹਦੇ ਵਿੱਚ ਜਿਹੜੇ ਸੀਨੀਅਰ ਬੰਦੇ ਜਿਹੜੇ ਕਹਿੰਦੇ ਜੀ ਹੁਣ ਫਲਾਣੇ ਗਰੁੱਪ 'ਚ ਕੋਈ ਚਾਹ ਪੀ ਕੇ ਫੋਟੋ ਖਿਚਾ ਰਿਹਾ, ਕੋਈ ਕੁਛ ਕਰਕੇ ਫੋਟੋ ਖਿਚਾ ਰਿਹਾ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਦਾ ਆਪਾਂ ਇਸ਼ੂਜ਼ ਦੀ ਗੱਲ ਕਰੀਏ। ਆਪਾਂ ਲੋਕਾਂ ਦੇ ਵਿੱਚ ਜਾਣਾ, ਜਿਹੜੇ ਇਸ਼ੂਜ਼ ਨੂੰ ਆਪਾਂ ਖੜੇ ਹੋਏ ਆ ਨਾ, ਉਸ ਇਸ਼ੂਜ਼ ਤੇ ਸਾਨੂੰ ਪਹਿਰਾ ਦੇਣ ਦੀ ਜ਼ਰੂਰਤ ਹੈ। ਔਰ ਇੱਕ ਹੋਰ ਪ੍ਰਥਾ ਚੱਲ ਪਈ ਵੀ ਜਿਹੜੇ ਪੀਏ ਆ ਉਹਨਾਂ ਤੇ ਪਰਚਾ, ਸਾਡੇ ਇੱਕ ਮੰਤਰੀ ਦੇ ਪੀਏ ਤੇ ਮੇਰਾ ਖਿਆਲ ਹੈ ਵੀ 3-4 ਮਹੀਨੇ ਬਾਅਦ ਜਾਂ 7 ਮਹੀਨੇ ਬਾਅਦ ਪਰਚਾ ਦਿੱਤਾ। ਤੇ ਜਿਹੜੇ ਤੁਹਾਡੇ ਪੀਏ ਆ ਜਿਹੜੇ ਪਿਛਲੇ 4-4.5 ਸਾਲਾਂ ਦੇ ਵਿੱਚ ਜਿੱਥੇ 7 ਸਟਾਰ ਹੋਟਲ ਤੇ 7 ਸਟਾਰ ਹੀ ਲਗਭਗ ਮੈਰਿਜ ਪੈਲੇਸਿਸ ਤੇ ਇੱਕ OST ਤਾਂ ਉਹ ਆ ਵੀ STF ਦੀ ਰਿਪੋਰਟ ਦੇ ਵਿੱਚ ਜਿਹੜਾ ਰਾਣੂ ਸਰਪੰਚ ਫੜਿਆ ਸੀ ਤੇ ਉਹਦਾ ਨਾਂ ਉਹਦੇ ਵਿੱਚ ਬੋਲਦਾ, ਕਦੀ ਆਪਾਂ ਕਿੱਧਰ ਨੂੰ, ਆਪਣਾ ਸਟਾਫ ਕਿੱਧਰ ਨੂੰ ਜਾਣਾ, ਆਪਾਂ ਕਿਤੇ ਤਾਂ ਖੜ ਜਾਈਏ। ਔਰ ਪਤਾ ਨਹੀਂ ਹੁਣ ਮੈਂ ਤਾਂ ਹੈਰਾਨਗੀ ਮੈਨੂੰ ਇਸ ਗੱਲ ਦੀ ਆ ਵੀ ਜਿਹੜਾ ਆ ਬਠਿੰਡੇ ਗੁਰਦੁਆਰਾ ਸਾਹਿਬ ਦੇ ਵਿੱਚ
एक जिहड़ा ग्रंथी सिंह कोलों अरदास कराई गई आ ਉਹਨੂੰ नॉमीनेट तो कर लिया, पर कैप्टन साहब ਉਹਦੇ ਤੋਂ पड़दा ਜਿਹੜਾ ਇਹ शरारत हुई आ और ये शरारत बीजेपी ਵੱਲੋਂ हुई आ, क्योंकि बीजेपी का एक लीडर ਜਿਹੜਾ ਉਹਦੇ ਵਿੱਚ इनवॉल्व होया, ਉਹਦੀ फुटेज भी आई आ ਜਾਂ ਹੋਰ भी चीज़ां आईਆਂ। तो ਆਪਾਂ ਇਹੋ ਜਿਹੀਆਂ शरारतां पंजाब ਦੇ ਵਿੱਚ ਕਰਾਂਗੇ ਤਾਂ ਇਹ पंजाब ਲਈ ਬਹੁਤੀ ਚੰਗੀ ਗੱਲ नहीं है। और मैं अच्छा उदों गांह सुन लो, एक पासे तो असी IG परमराज उमरा नंगल नूं सस्पेंड किया होया, तो एक उन्हें हाई कोर्ट दे विच रिट पाई सी CWP 22,703 2020 दी। ਉਹਦੇ ਵਿੱਚ ਜਿਹੜਾ ਸਾਡਾ ਐਡਵੋਕੇਟ ਜਨਰਲ ਦਾ ਅੰਗੇਜ ਕੀਤਾ ਹੋਇਆ ਵਕੀਲ ਹੈ, ਉਹਨੇ ਔਨ ਰਿਕਾਰਡ ਸਟੇਟਮੈਂਟ ਦਿੱਤੀ। ਮੈਂ ਤਾਂ ਵੈਸੇ ਹੀ ਉਹ ਪੜ੍ਹਨ ਲੱਗ ਪਿਆ, ਮੈਂ ਕਿਹਾ ਦੇਖਾਂ ਤਾਂ ਸਹੀ ਵੀ ਇਹ ਕੀ ਕਰਨ ਡਏ ਆ। ਤੇ ਔਨ ਰਿਕਾਰਡ ਉਹਦੇ ਵਿੱਚ ਕਿਹਾ ਗਿਆ ਵੀ ਅਸੀਂ ਇਹਦੇ ਅਗੇਂਸਟ ਕੋਈ ਪ੍ਰੋਸੀਡਿੰਗ ਜਿਹੜੀਆਂ ਉਹ ਬਿਲਕੁਲ ਨਹੀਂ ਕਰਾਂਗੇ। ਇੱਕ ਪਾਸੇ ਉਹਨੂੰ ਸਸਪੈਂਡ ਕੀਤਾ ਹੋਇਆ ਆ, ਉਹਦੀ ਫਾਈਲ, ਉਹਦੇ ਗਾਂਹ ਐਕਸ਼ਨ, ਲੇਕਿਨ ਦੂਸਰੇ ਪਾਸੇ ਅਸੀਂ ਜਿਹੜਾ ਆ ਅਸੀਂ ਹਾਈ ਕੋਰਟ ਦੇ ਵਿੱਚ ਕੀ ਸਟੇਟਮੈਂਟ ਦੇਣ ਰਹੇ ਆ। कैप्टन अमरिंदर सिंह जी, ये सरकार कौन चला रहा, ये किद्दां चल रही है? मैनू तो कई बारी असली गल है, मैं बहुत रिस्पैक्ट करदा, क्योंकि इस करके करदा भी इस बंदे की एडमिनिस्ट्रेटिव कैपेबिलिटी जिहड़ी आ वो सारिਆਂ नालों चंगी सी। पर मैनू हुण कईयां चीज़ां ते शक हुंदा भी इन्हां दी एडमिनिस्ट्रेटिव कैपेबिलिटी भी हैगी आ। मैनू इस गल ते भी, क्योंकि आपां किन्ने कुछ चिर पर्दे पाई जावांगे, आपां किन्ना कुछ चिर इन्हां नूं ढकी जावांगे। और मैनू एक गल दी समझ नहीं आउंदी कि ये सारियां चीज़ां दे विच कम से कम तुसीं जे ये जिहड़ियां सिलैक्टिव खबरां जिहड़ियां खास करके डोजीयर दियां लग रहीआं, ते जे अल्टीमेटली ये गल सच्ची आ, ये तुहाडी कन्फैशनल स्टेटमेंट है, और उस कन्फैशनल स्टेटमेंट के आने वाले समय दे विच जिहड़े रिजल्ट्स आ बड़े माड़े होणगे। और देखो साडा एजुकेशन सिस्टम जिहड़ा मैनूं लगदा सब तो औखा रिफॉर्म करना, 1.25 लाख टीचर है, मेरा ख्याल 23 तो 24 लाख बच्चा, असी जे 3 सालां दे विच एजुकेशन सिस्टम रिफॉर्म करके, क्योंकि जे पोलिटिकल विल है, ऑफिसर्स दी विल है, तो फिर आपां जे 22वें स्थान तो पहले स्थान ते पहुँच सकते, इहदा मतलब बाकी कम्मां 'च साडी पोलिटिकल विल है नहीं है। ਉਹਦੇ ਲਈ मैं नहीं कहता भी तुसीं ਉਹ राइटली क्लेम भी करते हैं, और मैं मुबारकबाद भी दिना कि जिहड़ी गल चंगी आ वो चंगी भी हैगी आ। पर आपां ये सिस्टम नूं किधर नूं तोड़ रहे। सो मैं तुहाडा सारिਆਂ ਦਾ ਧੰਨਵਾਦ करदा, और जे कोई क्वेश्चन किसी भी दोस्त ने करना तो डेफिनेटली रिपोर्ट सौंप दी गई है। ਤੁਸੀਂ ਆਪਣੇ ਕੋਲ ਕੀ ਕਹਿ ਕੇ ਆਏ ਸੀਗੇ ਤੇ ਅੱਜ ਜਿਹੜੀ ਹੁਣ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਤੌਰ ਤੇ ਗੱਲਾਂ ਸਾਹਮਣੇ ਆ ਰਹੀਆਂ ਕਿ 40 ਵਿਧਾਇਕਾਂ ਦੇ ਨਾਮ ਤੇ ਇਹ ਗੱਲ ਆਖੀ ਹੈ ਕਿ ਇਹਨਾਂ ਦੇ ਨਾਮ ਕਿਸੇ ਨਾ ਕਿਸੇ ਘੁਟਾਲੇ ਦੇ ਵਿੱਚ ਹੈਗੇ, ਇਦਾਂ ਦੀ ਗੱਲਾਂ ਸਾਹਮਣੇ ਆ ਰਹੀਆਂ। मैं तो यही गल तुहाडे सामने कही है, और मैं उत्थे भी ये कह के आया, मैं अपने आप नूं बाहर नहीं करता, क्योंकि जे इदां दियां हैगियां तो फिर चीफ मिनिस्टर नूं रोकदा कौन है? हुण तक कौन रोकदा सी? हुण तक कौन रोकदा सीगा? नहीं, मैनू ये बारे तो नहीं पता, पर जिहड़ी गल मैं बेसिकली तुहाडे नाल सांझी कीती है वो तो मैं इस गल ते हैरानगी आ भी कोई चीफ मिनिस्टर इदां भी करदा हुंदा, डिफरेंसिस हो जाते हैं। पर और वो मिनिस्टर जिहड़ा ऑन रिकॉर्ड 2 बारी कंपनसेशन लै बैठा, तो वो आपां किद्दां लुको लांगे?
नहीं वो सारिਆਂ ਨੂੰ पता क्योंकि वो तो स्टेटमेंट आई हुई है। स्पोर्ट्स मिनिस्टर बारे ਤੁਸੀਂ ਵੀ ਚਰਚਾ ਕੀਤੀ ਆਪਣੇ ਵੱਲੋਂ ਰਿਪੋਰਟ ਤੁਸੀਂ ਵੀ ਦਿੱਤੀ ਹੈ ਜੀ? नहीं मैं तो एक जनरल, क्योंकि देखो मैं तो 2019 ਦੇ ਵਿੱਚ एक चिट्ठी लिखी सी, ਉਹਦੇ ਵਿੱਚ ਜਿਹੜੇ 5-7 ਇਸ਼ੂ ਆ मैं तो अजे भी ਉੱਥੇ ही खड़ा, क्योंकि ਉਹਨਾਂ ਨੂੰ ਇਹ ਨਹੀਂ ਹੱਥ तक नहीं लाया। एक्चुअली मैटर ही ਉਹ ਕਰਦੇ ਸੀਗੇ, जे मैटर ही ਉਹ ਕਰਦੇ ਸੀ ਤਾਂ ਫਿਰ एंड ऑफ द डे ਅਸੀਂ मैं क्योंकि कई बारी तो कई बंदे तो ये कहते होंगे आ भी अज मैं सलाह दे रहा, मैं तो अज तो 1.5-2 साल पहला सलाह दी सी भी आने वाला समा, क्योंकि विजुलाइजेशन की होंगी आ, विजुलाइजेशन तो यही होंगी आ भी हाँ भी असी आने वाले समय नूं भांप के ते उदां दे काम कर लीए ताकि सानू इहो जी सिचुएशन का सामना ना करना पवे। अगर जी मान लो कि मुख्यमंत्री साहब ने वीज़ा नहीं दी जी तुसीं उम्मीद लाई बैठे सी पिछले समय दे विच? नहीं डिलीवरी तो बिल्कुल है नहीं, विजन तो देखो मैं तो 2017 की भी मैं तो पहली बारी भी ये गल कही है भी 2017 ਦੇ ਵਿੱਚ ਤਾਂ ਉਹਨਾਂ ਦੇ ਨਾਂ ਨੂੰ ਵੋਟਾਂ ਪਾਈਆਂ ਸੀ, ਲੋਕੀ ਸਮਝਦੇ ਸੀ ਕਿ ਹਾਂ ਬਈ, ਔਰ ਉਹ ਵੀ 80 ਐਮਐਲਏਆਂ ਦੀ ਜੇ ਸਰਕਾਰ ਹੋਵੇ ਤਾਂ ਫਿਰ ਕਮਜ਼ੋਰੀ ਹੋਵੇ ਤਾਂ ਫਿਰ ਮੈਨੂੰ ਲੱਗਦਾ ਕਿ ਕਿਤੇ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਕਮੀ ਪੇਸ਼ੀ ਆ। ਅਗਰ ਜੀ ਸਰਕਾਰ ਚਲਾ ਕੌਣ ਰਿਹਾ ਫਿਰ ਤੁਹਾਡੇ ਸਾਹਮਣੇ, ਤੁਸੀਂ ਤਾਂ ਸਿਸਟਮ ਦੇ ਵਿੱਚ ਹੈਗੇ ਹੋ। ਸਰਕਾਰ ਮੈਨੂੰ ਤਾਂ ਆਪ ਨਹੀਂ ਸਮਝ ਆਈ ਵੀ ਕੌਣ ਚਲਾ ਰਿਹਾ, क्योंकि एक पासे तो असी परमराज उमरा नंगल के अगेंस्ट प्रोसीडिंग शुरू कीतियां ते हाई कोर्ट दे विच असी जाके स्टेटमेंट देन रहे हैं, और उत्थे ये भी पूछा गया भी तुहाडे कोल अथॉरिटी भी हैगी है स्टेटमेंट रिकॉर्ड कराउण दी। उन्होंने कहा मेरे को कंपीटेंट अथॉरिटी दे वलों मेरे कोल क्लीयर कट इंस्ट्रक्शनस हैगियां भी हाँ भी असी इन्हां ते कोई केस जिहड़ा ओह जिहड़ियां प्रोसीडिंग आ ओह नहीं चलावांगे। सच्ची गल दसां ये बच्चों की लड़ाई नहीं है, पोस्टरां नाल की हो जाऊगा। जे कोई कहे भी हाँ बई जे किसी नूं कई बारी ना भुलेखा पै जाए तो वह शायद कई बार इदां दीयां गल्लां करदा हुंदा भी मैं कैप्टन ही हाँ, मैं हुण मान लो सपोज मेरे वर्गे ने जे इंडिया टीम का कप्तान है तो मैं कप्तान है, मैनूं कॉन्फिडेंस होना चाहिए भी मैं कप्तान है, किसी के कहण ना किसी के पोस्टर लाउण ना की हो जाता। मैं तो कहना मजबूरी भी आ कमजोरी भी आ। जे 80 बंदियां दे MLA, मैं तो एक बार ये भी कहा सी, मैं कहा जी जेड़े कोई MLA तुहानूं लगदे करप्ट आ उन्हां नूं भी ठोक लो। ये तो हुंदा कई बारी सरकार 60-62 की होवे ते 59 चाहिए ना मेरे ख्याल आपां नूं आओ तो ਉਹਦੇ ਵਿੱਚ ਤਾਂ ਕਈ ਵਾਰੀ डर ਹੁੰਦਾ, 80 ਦੇ ਵਿੱਚ ਕਾਹਦਾ डर ਹੁੰਦਾ, 80 ਦੇ ਵਿੱਚ ਤਾਂ डर ही कोई नहीं लम्मा चौड़ा ਹੁੰਦਾ। नहीं मैं तो कहना ਇਹਨੂੰ एक्सैप्ट तो करन, पब्लिक स्टेटमेंट तो देन कि हाँ भी ये एक्चुअल गल की है, क्योंकि सिलैक्टिवली अज की तरीक दे विच देखो हर चीज़ नूं सिलैक्टिवली लीक करना, फिर उन्होंने हौली 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 जिद्दां नहीं कहते होंगे अग बाल के उन्होंने हौली हौली हवा देनी, तो मैं कहना गल सीधी कर लो। देखो मैनू ਉਹਦੇ बारे मैनू नहीं पता हैगा, क्योंकि ना मेरी इन्नी गल किते सुनवाई सुनवाई होंदी आ। मैं चलो नहीं बेसिकली आने वाला समा देखते की करते हैं की ये कहते हैं नहीं समा तो कोई इदा की कोई गल तो है नहीं की सर। 8 देखो जे करना होवे तो बहुत कुछ हो जाता, गल तो नीत दी है, गल तो नीत दी है, होर तो कोई रौला नहीं है। मैं तो तुहानू दस्सिया भी जे गवर्नमेंट की पोलीटिकल एडमिनिस्ट्रेशन की बिल हैगी आ ते जे असी 22वें नंबर तो एजुकेशन के उत्ते थैंक्स टू कृष्ण कुमार एंड थैंक्स टू कैप्टन अमरिंदर सिंह के जिन्होंने क्योंकि हो सकता 2-3-4 MLA कहिंदे तां उहनूं ट्रांसफर कर देंदे
ਬਟ ਜੇ ਵਿਲ ਹੈਗੀ ਆ ਤੇ ਫਿਰ ਬਾਕੀ ਕੰਮਾਂ 'ਚ ਵਿਲ ਕਿਉਂ ਨਹੀਂ ਹੈ? ਕਿਉਂਕਿ ਜੇ ਵਿਲ ਹੈਗੀ ਆ ਤੇ 22ਵੀਂ ਪਲੇਸ ਤੋਂ ਅਸੀਂ ਜੇ ਪਹਿਲੀ ਪਲੇਸ ਤੇ ਆ ਗਏ ਆ ਤਾਂ ਫਿਰ ਇਹਦਾ ਮਤਲਬ ਤਾਂ ਵਿਲ ਦੀ ਕਮੀ ਆ ਨਾ। ਤੁਸੀਂ ਇਸ ਗੱਲ ਤੋਂ ਸਹਿਮਤ ਹੈ ਕਿ ਐਕਸੈਸ ਪੂਲ ਕਰਕੇ ਕਿ ਬਹੁਤ ਸਾਰੇ ਐਮਐਲਏ ਸੈਂਡ ਮਾਫੀਆ ਦੇ ਪੇਰੋਲ ਦੇ ਉੱਤੇ ਹੈਗੇ ਔਰ ਉਹ ਆਪ ਇਨਵੋਲਵ ਹੈਗੇ? ਮੈਂ ਤਾਂ ਕਹਿੰਦਾ ਜਿਹੜਾ ਵੀ ਬੰਦਾ ਹੋਵੇ, ਇਰਰਿਸਪੈਕਟਿਵ ਕਿ ਹਾਂ ਵੀ ਉਹ ਕੋਈ ਵੀ ਕੁਛ ਵੀ, ਕੋਈ ਐਮਐਲਏ ਆ, ਕੋਈ ਮਿਨਿਸਟਰ ਹੈ, ਕੋਈ ਐਸਐਚਓ ਆ, ਕੋਈ ਐਸਐਸਪੀ ਆ, ਮੈਂ ਤਾਂ ਹਮੇਸ਼ਾ ਇੱਕ ਸਿਸਟਮ ਦੀ ਗੱਲ ਕਰਦਾ ਔਰ ਸਾਫ਼ ਸੁਥਰੇ ਸਿਸਟਮ ਦੀ ਗੱਲ ਕਰਦਾ ਵੀ ਆਪਾਂ ਸਾਫ਼ ਸੁਥਰਾ ਸਿਸਟਮ ਇਨਵੋਲਵ ਕਰ ਲਈਏ। ਪ੍ਰਗਟ ਸਿੰਘ ਜੀ ਪਛਤਾਵਾ ਆ ਰਿਹਾ ਕਿ ਹੁਣ 4.5 ਸਾਲਾਂ ਸਰਕਾਰ ਦੇ ਨਾਲ ਲਾ ਰਹੇ ਜੋ ਤੁਸੀਂ ਇਸ਼ੂ ਲੈ ਕੇ ਆਏ ਸੀ ਉਹ ਸੋਲਵ ਨਹੀਂ ਹੋਇਆ। ਨਹੀਂ, ਰਿਗਰੈਟ ਤਾਂ ਐਕਚੁਅਲੀ ਮੈਨੂੰ ਇਦਾਂ ਦਾ ਰਿਗਰੈਟ ਨਹੀਂ ਹੁੰਦਾ, ਪਰ ਮੈਨੂੰ ਇਹ ਫੀਲ ਹੁੰਦਾ ਕਿ ਜਿਹੜੀ ਗੱਲ ਹੋ ਸਕਦੀ ਸੀ ਜਦੋਂ ਉਹ ਨਹੀਂ ਅਸੀਂ ਕਰਦੇ ਤਾਂ ਉਹਦਾ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੁੰਦਾ। ਲੜਾਈ ਤੇ ਬੇਅਦਬੀ ਹੋਈ ਸੀ, ਨਸ਼ਿਆਂ ਹੋਈ ਕਿ ਇਨਸਾਫ ਨਹੀਂ ਮਿਲਿਆ, ਕਸੂਰਵਾਰ ਲੋਕ ਫੜੇ ਨਹੀਂ ਗਏ। ਉਹ ਲੜਾਈ ਚੱਲਦੀ ਡਿਪਟੀ ਸੀਐਮ ਦੇ ਅਹੁਦੇ ਤੇ ਪਹੁੰਚ ਗਈ ਹੈਗੀ, ਮੰਤਰੀਆਂ ਦੇ ਫੇਰ ਬਦਲ ਦੇ ਤੱਕ ਪਹੁੰਚ ਗਈ ਹੈਗੀ। ਦੇਖੋ, ਮੈਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਹੈਗਾ। ਗੱਲ ਤਾਂ ਇਸ਼ੂਜ਼ ਦੀ ਆ। ਉੱਥੇ ਡਿਪਟੀ ਸੀਐਮ A ਬਣ ਜਾਵੇ, B ਬਣ ਜਾਵੇ, ਨਾ ਬਣੇ, ਕੋਈ ਮੰਤਰੀ ਹੋਰ ਬਣ ਜਾਵੇ, ਕੋਈ ਨਾ ਬਣੇ, ਅਲਟੀਮੇਟਲੀ ਤਾਂ ਅਸੀਂ ਜਿਹੜੇ ਇਸ਼ੂਜ਼ ਤੇ ਖੜੇ ਆ, ਕਿਉਂਕਿ ਉਹਦੇ ਨਾਲ ਕੀ ਹੋਊਗਾ, ਲੋਕਾਂ ਨੂੰ ਕੀ ਉਹਦਾ ਇਨਸਾਫ ਮਿਲ ਜੂਗਾ। ਜੇ ਮੰਨ ਲਓ 4 ਮੰਤਰੀ ਬਦਲ ਵੀ ਜਾਣਗੇ ਤੇ ਲੋਕਾਂ ਨੂੰ ਉਹਦਾ ਕੀ ਫਾਇਦਾ ਹੋਊਗਾ। ਅਲਟੀਮੇਟਲੀ ਤਾਂ ਜਿਹੜੇ ਇਸ਼ੂਜ਼ ਹੈ ਸਾਨੂੰ ਉਹਨੂੰ ਐਡਰੈਸ ਕਰਨ ਦੀ ਜ਼ਰੂਰਤ ਹੈ। ਪਰ ਜੀ ਲੱਗ ਰਿਹਾ ਕੋਈ ਸਕ੍ਰਿਪਟ ਹੈ ਕਿ ਜਿਸ ਤੇ ਸਾਰੇ ਕੰਮ ਕਰ ਰਹੇ ਨੇ, ਕੋਈ ਸਕ੍ਰਿਪਟ ਲੱਗ ਰਹੀ ਹੈ ਤੁਹਾਨੂੰ? ਲੱਗਦਾ ਹੈ ਕਿ ਕੋਈ ਸਕ੍ਰਿਪਟ ਚੱਲ ਰਹੀ ਹੈ ਜਿਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ? ਕਿੱਥੇ ਤੇ ਮਾਮਲਾ ਕਿੱਥੇ ਪਹੁੰਚੇਗਾ ਪੁਲਿਸ ਦੇ ਸਵਾਲ ਦੇ ਨਾਲ? ਸਕ੍ਰਿਪਟ ਕਿੱਦਾਂ ਦੀ? ਸਾਰੀ ਜੇ ਸਕ੍ਰਿਪਟਡ ਲੱਗ ਰਹੀ ਹੈ ਤੁਹਾਨੂੰ, ਇਹ ਸਾਰਾ ਕੁਝ ਸਕ੍ਰਿਪਟ ਦੇ ਤਹਿਤ ਹੋ ਰਿਹਾ ਹੈ, ਸਕ੍ਰਿਪਟ ਸੋਚੀ ਸਮਝੀ ਸਾਜ਼ਿਸ਼ ਹੈ, ਸੋਚੀ ਸਮਝ ਪਲੈਨਿੰਗ ਕੀਤੀ ਗਈ ਹੈ ਸਾਰਾ ਕੁਝ। ਨਹੀਂ, ਜਦੋਂ ਨਲਾਇਕੀ ਆ, ਜਦੋਂ ਐਗਜ਼ੀਕਿਊਸ਼ਨ ਨਹੀਂ ਹੁੰਦੀ ਤੇ ਉਹਨੂੰ ਤੁਸੀਂ ਕੁਝ ਵੀ ਸਮਝ ਸਕਦੇ ਆ। ਇਹ ਤੁਸੀਂ ਸੁਖਬੀਰ ਬਾਦਲ ਵਾਲੀ ਗੱਲ ਤਾਂ ਨਹੀਂ ਕਰਦੇ ਵੀ ਉਹਨੇ PK ਨੇ ਖਰੇ ਉਹ ਸਟੇਟਮੈਂਟ ਦੀ ਗੱਲ ਤਾਂ ਨਹੀਂ ਤੁਸੀਂ ਕਰਨ ਡਏ ਕਿਤੇ। ਦੇਖੋ ਮੈਂ ਤਾਂ ਫਾਈਟ ਕਰਨ ਵਾਲਾ ਬੰਦਾ, ਫਾਈਟ ਤਾਂ ਮੈਂ ਕਰੂੰਗਾ। ਨਹੀਂ, ਹਜੇ ਤੱਕ ਤਾਂ ਮੈਂ ਪਾਰਟੀ ਦੇ ਵਿੱਚ ਹੀ ਆ। ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁੰਦਾ ਵੀ ਨਾ ਮੈਂ ਹਾਰਡ ਲਾਈਨਰ ਕਾਂਗਰਸੀ ਆ ਤੇ ਨਾ ਹਾਰਡ ਲਾਈਨਰ ਅਕਾਲੀ ਆ, ਮੈਂ ਤਾਂ ਹਾਰਡ ਲਾਈਨਰ ਪੰਜਾਬੀ ਆ। ਪੰਜਾਬ ਦੀ ਗੱਲ ਕਰੂੰਗਾ ਜਿੱਥੇ ਜਿੱਥੇ ਗੱਲ ਕਰਨ ਦੀ ਜ਼ਰੂਰਤ ਪਈ, ਜਿਹੜਾ ਵੀ ਕੋਈ ਬੰਦਾ, ਕਿਉਂਕਿ ਪਾਰਟੀਆਂ ਕੋਈ ਮਾੜੀਆਂ ਨਹੀਂ ਹੈ। ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਾ, ਪਾਰਟੀਆਂ ਨਹੀਂ ਕੋਈ ਮਾੜੀਆਂ, ਉਹਨੂੰ ਚਲਾਉਣ ਵਾਲੇ ਬੰਦੇ ਮਾੜੇ ਚੰਗੇ। ਪੀਏ ਦੀ ਗੱਲ ਕੀਤੀ ਤੁਸੀਂ, ਸੀਐਮ ਸਾਹਿਬ ਦੇ ਪੀਏ ਦੀ, ਉਹ ਪੀਏ ਮਸਲਾ ਦਾ ਇਨਵੈਸਟੀਗੇਸ਼ਨ ਕਰੋ ਹੀ ਕੌਣ? ਤਾਂ ਬੇਸਿਕਲੀ STF ਦੀ ਰਿਪੋਰਟ ਤੁਸੀਂ ਲੈ ਕੇ ਕਿਤੇ ਪੜ੍ਹ ਲਿਓ। ਉਹਦੇ ਵਿੱਚ ਇਹਨਾਂ ਦਾ ਇੱਕ OSD ਆ ਜਿਹੜੀਆਂ ਉਸ ਸਰਪੰਚ ਰਾਣੂ ਨਾਲ ਪ੍ਰਾਪਰਟੀਆਂ ਸਾਂਝੀਆਂ ਹੈਗੀਆਂ। ਤੇ ਤੁਹਾਨੂੰ ਕਿਹਨੂੰ ਨਹੀਂ ਪਤਾ ਵੀ 7 ਸਟਾਰ ਹੋਟਲ ਤੇ 7 ਸਟਾਰ ਜਿਹੜੇ ਆਹ ਮੈਰਿਜ ਪੈਲੇਸ ਆ ਕਿਹਨੇ ਬਣਾਏ ਆ ਪਿਛਲੇ 4 ਸਾਲਾਂ 'ਚ? ਇਹ OSD ਨੇ ਤੁਹਾਨੂੰ ਧਮਕੀ ਦਿੱਤੀ ਸੀ, ਇਹ ਉਹੀ OSD ਜਿਹਨੇ ਸਾਨੂੰ ਧਮਕੀ ਦਿੱਤੀ? ਨਹੀਂ, ਇਹ ਤਾਂ ਹੋ ਰਿਹਾ, ਕਿਉਂਕਿ ਮੈਂ ਤਾਂ PA ਦੀ ਗੱਲ ਕਰਦਾ ਵੀ ਆ PA ਜਿਹੜੇ ਹੈਗੇ ਆ, ਕਮ ਸੇ ਕਮ ਆਪਣੇ PA ਦਾ ਦੇਖ ਲਓ ਤੁਸੀਂ, ਇਹ ਕੀ ਕਰਦੇ ਆ। ਕਿਸੇ ਦਿਨ ਆਪਾਂ ਉੱਥੇ ਹੀ ਚੱਲਾਂਗੇ ਜੇ ਜ਼ਰੂਰਤ ਪਈ ਤਾਂ, ਐਡੀ ਕਿਹੜੀ ਗੱਲ। ਪਰ ਜਿਹੜਾ ਇਰੀਗੇਸ਼ਨ ਘਟਾਲਾ ਤਾਂ ਲੱਗਦਾ ਕਿ ਸੌਦਾ ਹੋ ਗਿਆ ਜੀ। ਦੇਖੋ, ਗੱਲ ਇਹ ਆ ਕਿ ਜਦੋਂ 4 ਸਾਲਾਂ 'ਚ ਉਹਦਾ ਕੁਝ ਨਹੀਂ ਹੋਇਆ ਤੇ ਜਦੋਂ ਬੇਸਿਕਲੀ 2003 ਦਾ ਰਜਿਸਟਰਡ ਕੀਤਾ ਹੋਇਆ ਕੇਸ, ਜਦੋਂ ਉਹਦੀ ਐਗਜ਼ੀਕਿਊਸ਼ਨ ਹੋਈ ਆ ਤੇ ਜਦੋਂ ਉਹਦਾ ਟ੍ਰਾਇਲ ਹੋਇਆ, ਉਹਦੇ ਤੋਂ ਬਾਅਦ 2013 ਕਿ 14 'ਚ ਕੁਇਟਲ ਹੋਈ ਆ। ਤੇ ਉਹਦੇ ਵਿੱਚ ਬੇਸਿਕਲੀ ਜਦੋਂ ਇਹੋ ਜਿਹੇ ਆਫੀਸਰ ਮਾੜੇ ਵੀ ਹੈਗੇ ਆ, ਚੰਗੇ ਵੀ ਹੈਗੇ ਆ, ਪਰ ਅਸੀਂ ਕਰਦੇ ਕੀ ਆ, ਅਸੀਂ ਮਾੜਿਆਂ ਨੂੰ ਕਈ ਵਾਰੀ ਇਹੋ ਜਿਹੀ ਜਗ੍ਹਾ ਤੇ ਲਾ ਕੇ ਇਹ ਸੋਚਦੇ ਆ ਵੀ ਸ਼ਾਇਦ ਇਹ ਸਾਨੂੰ ਬਹੁਤ ਵਧੀਆ ਕੰਮ ਦਿਓ। ਅਸੀਂ ਕਿਉਂ ਇਹਨਾਂ ਨੂੰ ਬੇਸਿਕਲੀ ਅਸੀਂ ਉਹਨਾਂ ਨੂੰ ਮਿਸਯੂਜ਼ ਕਰਦੇ ਆ, ਉਹ ਸਾਨੂੰ ਮਿਸਯੂਜ਼ ਕਰਦੇ ਆ, ਪੋਲੀਟੀਕਲ ਸਿਸਟਮ ਨੂੰ ਮਿਸਯੂਜ਼ ਕਰਦੇ ਆ। ਤੁਹਾਡੀ ਸਿੱਧੂ ਨਾਲ ਆਖਰੀ ਵਾਰ ਗੱਲਬਾਤ ਕਦੋਂ ਹੋਈ, ਕੀ ਹੋਇਆ, ਸਿੱਧੂ ਕੀ ਸੋਚ ਰਿਹਾ? ਕਿਉਂਕਿ ਸਿੱਧੂ ਵੀ ਦਿੱਲੀ ਆਪਣੀ ਗੱਲ ਕਰਕੇ ਆਏ ਆ। ਯਾਰ ਸਿੱਧੂ ਵਾਲੀ ਗੱਲ ਤਾਂ ਸਿੱਧੂ ਨੂੰ ਪੁੱਛ ਲਓ, ਕਿਉਂਕਿ ਉਹ ਯਾਰ ਮਿੱਤਰ ਹੈਗਾ ਪਰ ਉਹ ਨਹੀਂ ਮਿਲਦਾ ਹੈਗਾ। ਤੇਰਾ ਵੀ ਤਾਂ ਚੰਗਾ ਮਿੱਤਰ ਆ। ਨਹੀਂ, ਉਦੋਂ ਬਾਅਦ ਮੇਰੇ ਨਾਲ ਨਹੀਂ ਮੁਲਾਕਾਤ। ਪ੍ਰਗਟ ਜੀ, ਚਰਚਾ ਚੱਲਦੀ ਹੈ ਕਿ ਸਿੱਧੂ ਨਾਲ ਅੱਜ ਕੱਲ੍ਹ ਤੁਹਾਡੀ ਬਹੁਤੀ ਬਣਦੀ ਨਹੀਂ ਹੈ, ਤੁਹਾਨੂੰ ਪਾਰਟੀ ਬਣਾਉਂਦੀਆਂ ਵੀ ਗੱਲਾਂ ਬਾਤਾਂ ਚੱਲਦੀਆਂ। ਐਕਚੁਅਲੀ ਇਹ ਤਾਂ ਦੇਖੋ, ਮੇਰੇ ਵਰਗਾ ਬੰਦਾ ਕਿਉਂ ਔਰ ਪਾਰਟੀਆਂ ਬਣਾਉਣੀਆਂ ਕੋਈ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ। ਅੱਛਾ, ਇਹ ਤਾਂ ਕੋਈ ਉਹ ਜਿੱਦਾਂ ਨਾ ਸਿਲੈਕਟਿਵ ਜੀ ਲੀਕੇਜ ਉਹ ਕਰ ਦਿੰਦੇ ਆ, ਇੱਦਾਂ ਦੀ ਸਿਲੈਕਟਿਵ ਜੀ ਕੋਈ ਗੱਲ ਕਰ ਦਿੰਦੇ ਆ ਵੀ ਉਹ ਪਾਰਟੀ ਕਾਹਦੇ ਨਾਲ ਬਣਾ ਲੈਣੀ ਹੈ। ਪਾਰਟੀਆਂ ਬਹੁਤ, ਕਿਉਂਕਿ ਇਹ ਕੋਈ ਇੰਨਾ ਸੌਖਾ ਕੰਮ ਨਹੀਂ ਹੈਗਾ।
ਪਿਛਲੇ ਸਮੇਂ ਦੇ ਵਿੱਚ ਵੀ ਪਾਰਟੀਆਂ ਬਹੁਤ ਬਣ ਚੁੱਕੀਆਂ। ਆਪਾਂ ਪਾਰਟੀ ਕੋਈ ਮਾੜੀ ਚੰਗੀ ਹੈ ਹੀ ਨਹੀਂ, ਉਹਦੇ ਚਲਾਉਣ ਵਾਲੇ ਬੰਦੇ ਮਾੜੇ ਚੰਗੇ ਆ। ਦੇਖੋ ਅਕ੍ਰੋਸ ਦਾ ਪਾਰਟੀ ਲਾਈਨ ਬੰਦੇ ਚੰਗੇ, ਕਿਉਂਕਿ ਓਪੋਜੀਸ਼ਨ 'ਚ ਵੀ ਬੰਦੇ, ਕਿਉਂਕਿ ਜਦੋਂ ਓਪੋਜੀਸ਼ਨ 'ਚ ਵੀ ਬੰਦੇ ਚੰਗੇ ਹੁੰਦੇ ਆ ਤਾਂ ਵੀ ਸਰਕਾਰ ਚੰਗੀ ਚੱਲਦੀ ਆ। ਇਹ ਨਹੀਂ ਹੁੰਦਾ ਵੀ ਅਕ੍ਰੋਸ ਦਾ ਪਾਰਟੀ ਲਾਈਨ ਹੋ ਸਕਦਾ ਵੀ, ਕਿਉਂਕਿ ਦੇਖੋ ਫਰੈਂਕਲੀ ਸਪੀਕਿੰਗ ਜਿਹੜੇ ਮਿਸਟਰ ਖਹਿਰਾ ਆ ਉਹਨਾਂ ਨੇ ਬਹੁਤ ਇਸ਼ੂ ਚੱਕੇ ਹੈਗੇ, ਬਹੁਤ ਇਸ਼ੂ ਚੱਕੇ, ਪਰ ਆ ਜਿਹੜਾ ਲਾਸਟ ਦੇ ਉੱਤੇ ਗੱਲ ਹੋਈ ਹੈ ਨਾ, ਮੈਨੂੰ ਲੱਗਦਾ ਇਹ ਨਹੀਂ ਸੀ ਹੋਣੀ ਚਾਹੀਦੀ, ਕਿਉਂਕਿ ਮੇਰੇ ਵਰਗੇ ਬੰਦੇ ਨੂੰ ਤਾਂ ਇਹ ਆ ਵੀ ਰਾਦਰ ਆਈ ਵਿਲ ਕੁਇਟ ਐਂਡ ਸਿਟ ਐਟ ਹੋਮ। ਇਹ ਫਿਰ ਕੀ ਕਰਨਾ, ਕਿਉਂਕਿ ਜੇ ਸਪੋਜ਼ ਇੰਨਾ ਲੜ ਕੇ ਜੇ ਠੀਕ ਨਹੀਂ ਹੋ ਸਕਦਾ ਤਾਂ ਫਿਰ ਥੈਂਕ ਯੂ ਵੈਰੀ ਮੱਚ। ਫਿਰ ਕਿਉਂਕਿ ਪੰਜਾਬ ਮੇਰੇ ਇਕੱਲੇ ਦਾ ਤਾਂ ਨਹੀਂ ਹੈ ਨਾ, ਪੰਜਾਬ ਆਪਣਾ ਸਾਰਿਆਂ ਦਾ ਸਾਂਝਾ, ਪੰਜਾਬ ਕਿਹਦਾ ਨਹੀਂ ਹੈਗਾ। ਕਿਉਂਕਿ ਜਿਹਨੂੰ ਵੀ ਲੱਗਦਾ ਵੀ ਹਾਂ ਵੀ ਆਪਾਂ ਕੰਟਰੀਬਿਊਟ ਕਰ ਸਕਦੇ ਉਹਨੂੰ ਕੰਟਰੀਬਿਊਟ ਕਰਨਾ ਚਾਹੀਦਾ। ਔਰ ਜਿਹੜਾ ਡੈਮੋਕ੍ਰੇਸੀ ਦਾ ਖਾਸ ਕਰਕੇ ਚੌਥਾ ਥੰਮ ਹੈ ਉਹਨੂੰ ਤਾਂ ਬਹੁਤ ਵੱਡੇ ਲੈਵਲ 'ਤੇ ਇਹਨੂੰ ਜਿਹੜਾ ਆ ਉਹ ਸਪੋਰਟ ਕਰਨਾ ਚਾਹੀਦਾ, ਤਾਂ ਕਿ ਕਿਉਂਕਿ ਆਪਣੇ ਸਾਰਿਆਂ ਨੇ ਆਪਾਂ ਇੱਥੇ ਰਹਿਣਾ, ਆਪਣੇ ਬੱਚੇ ਇੱਥੇ ਰਹਿਣੇ ਆ, ਪੜ੍ਹਨੇ ਇੱਥੇ ਆ। ਕਿਉਂਕਿ ਜੇ ਐਜੂਕੇਸ਼ਨ ਸਿਸਟਮ ਨੂੰ, ਹੈਲਥ ਸਿਸਟਮ ਨੂੰ, ਕਿਉਂਕਿ ਜੇ ਐਜੂਕੇਸ਼ਨ ਸਿਸਟਮ ਇੰਪਰੂਵ ਹੋਇਆ ਤਾਂ ਹੈਲਥ ਸਿਸਟਮ ਕਿਉਂ ਨਹੀਂ ਇੰਪਰੂਵ ਹੋ ਸਕਦਾ, ਮਾਈਨਿੰਗ ਕਿਉਂ ਨਹੀਂ ਇੰਪਰੂਵ ਹੋ ਸਕਦੀ, ਡਰੱਗਸ ਕਿਉਂ ਨਹੀਂ ਇੰਪਰੂਵ ਹੋ ਸਕਦੇ। 2022 ਦਾ ਚਿਹਰਾ ਕਿਹੜਾ ਨਜ਼ਰ ਆ ਰਿਹਾ ਤੁਹਾਨੂੰ, ਕਿਉਂਕਿ ਕੁਝ ਕਹਿ ਰਹੇ ਕਮੇਟੀ ਦੇ ਅੰਦਰ ਕਹਿ ਕੇ ਆਏ ਹੈ ਕਿ ਕੈਪਟਨ ਚਿਹਰਾ ਮਤਲਬ ਚੋਣ ਦਿੱਤੀ। ਨਹੀਂ, ਮੈਂ ਤਾਂ ਇਹ ਗੱਲ ਕਹੀ ਆ, ਮੈਨੂੰ ਬਾਕੀਆਂ ਦਾ ਨਹੀਂ ਪਤਾ। ਨਹੀਂ, ਮੈਂ ਤਾਂ ਇਹ ਕਿਹਾ ਵੀ ਹਾਂ ਵੀ ਜੇ ਰੱਖੋਗੇ ਤਾਂ ਫਿਰ ਸਾਡੇ ਲਈ ਬੜਾ ਮੁਸ਼ਕਲ ਹੈ। ਹਾਂ ਡੈਫੀਨੇਟਲੀ ਮੈਂ ਤਾਂ ਕਿਹਾ, ਕਿਉਂਕਿ ਮੈਂ ਕੋਈ ਲੁਕੋ ਕੇ ਨਹੀਂ ਗੱਲ ਕਰਦਾ, ਮੈਂ ਤਾਂ ਸਾਰਾ ਕੁਝ ਹੀ ਕਿਹਾ। ਔਰ ਉਹ ਚਿੱਠੀਆਂ ਵੀ ਦਿੱਤੀਆਂ ਜਿਹੜੀਆਂ ਮੈਂ ਪਹਿਲਾਂ ਲਿਖੀਆਂ ਸੀ। ਮੈਂ ਕਿਹਾ ਜੀ ਆਹ ਪੜ੍ਹ ਲਿਓ, ਇਹਦੇ ਵਿੱਚੋਂ ਤੁਹਾਨੂੰ ਸਾਰਾ ਕੁਝ ਲੱਭ ਜੂ। ਕਹਿੰਦੇ ਇਹ ਪੌਣੇ 2 ਸਾਲ ਪਹਿਲਾਂ ਤੂੰ ਚਿੱਠੀ ਲਿਖੀ ਸੀ। ਮੈਂ ਕਿਹਾ ਮੈਂ ਤਾਂ ਉਦੋਂ ਦਾ ਕਹਿਣ ਡਿਆ, ਨਹੀਂ ਕਿਸੇ ਨੇ ਸੁਣੀ। ਸਰ ਕਹਿੰਦੇ ਦਿੱਲੀੋਂ ਖਬਰ ਆ ਗਈ, ਸੋਨੀਆ ਗਾਂਧੀ ਮੈਡਮ ਨੇ ਕਹਿਤਾ ਕਿ ਕੈਪਟਨ ਅਮਰਿੰਦਰ ਸਿੰਘ ਸੀਐਮ ਬਣੇ ਰਹਿਣਗੇ। ਚਲੋ ਮੈਂ ਤਾਂ ਦੇਖੋ ਅਲਟੀਮੇਟਲੀ ਮੈਂ ਤਾਂ ਕੋਈ ਫਾਈਨਲ ਅਥਾਰਟੀ ਤਾਂ ਹੈ ਨਹੀਂ ਗਾ। ਮੈਂ ਤਾਂ ਜਿਹੜੀ ਗੱਲ ਮੈਂ ਕਹਿ ਸਕਦਾ ਮੈਂ ਉਹ ਕਹਿਣਾ। ਬਾਕੀ ਤਾਂ ਇਹ 80 MLA ਹੈਗੇ ਆ, ਉਹਨਾਂ ਨੂੰ ਵੀ ਇਸ ਗੱਲ ਤੇ ਸੋਚਣ ਦੀ ਜ਼ਰੂਰਤ ਹੈਗੀ ਹੈ। ਇੱਕ ਪੰਜਾਬ ਦੀਆਂ ਹਵਾਵਾਂ 'ਚ ਹੋਰ ਖਬਰ ਚੱਲਦੀ ਹੈ ਤੁਹਾਡੇ ਬਾਰੇ ਕਿ ਆਮ ਆਦਮੀ ਪਾਰਟੀ ਨਾਲ ਕੁਝ ਗੱਲਬਾਤ ਚੱਲਦੀ ਹੈ ਵੀ ਇਸ ਤਰੀਕੇ ਦੀ। ਯਾਰ ਜਿੱਦਾਂ ਦੀ ਪਾਰਟੀ ਬਣਾਉਣ ਦੀ ਚੱਲਦੀ ਹੋਣੀ ਉੱਦਾਂ ਦੀ ਆ ਚੱਲਦੀ ਹੋਣੀ ਹੈ। ਮੈਂ ਤਾਂ ਯਾਰ ਸਾਰਿਆਂ ਨਾਲ, ਤੁਹਾਡੇ ਨਾਲ ਵੀ ਮਿਲਦਾ, ਜੇ ਕੋਈ ਮੈਨੂੰ ਸਾਹਮਣੇ ਆ ਜਾਵੇ। ਮੈਨੂੰ ਅੱਜ ਤੱਕ ਕਦੀ ਇੱਦਾਂ ਦੀ ਗੱਲ, ਕਿਉਂਕਿ ਮੈਂ ਤਾਂ ਕਈ ਵਾਰੀ ਅਕ੍ਰੋਸ ਦਾ ਪਾਰਟੀ ਲਾਈਨ ਜੇ ਉਹ ਚੰਗੀ ਗੱਲ ਕਰਦੇ ਆ ਮੈਂ ਤਾਂ ਉਹ ਵੀ ਕਹਿ ਦਿੰਦਾ। ਜੇ ਮੈਂ ਭਾਵੇਂ ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲ ਕੀਤੀ ਆ, ਪਰ ਜਿਹੜੀ ਗੱਲ ਐਜੂਕੇਸ਼ਨ ਦੀ ਹੋਈ ਆ ਮੈਂ ਉਹ ਵੀ ਕਹੀ ਆ। ਕਿਉਂਕਿ ਮੈਂ ਤਾਂ ਜੇ ਗਲਤੀ ਵੀ ਕਰਾਂ ਤਾਂ ਮੈਂ ਮੰਨਣ ਨੂੰ ਤਿਆਰ ਰਹਿਣਾ ਵੀ ਮੇਰੇ ਕੋਲ ਆ ਗਲਤੀ ਹੋ ਗਈ, ਤੇ ਜਿਹੜੀ ਗੱਲ ਠੀਕ ਹੈ ਤੇ ਉਹ ਠੀਕ ਠੋਕ ਵਜਾ ਕੇ ਤੁਹਾਡੇ 'ਚ ਕਹਿਣਾ। ਪਾਰਟੀ ਦੀ ਗੱਲ ਨਹੀਂ ਹੁਣ ਸੁਣੀ ਜਾ ਰਹੀ, ਜਿਹੜੇ ਤੁਹਾਡੇ ਇਸ਼ੂ ਸੀ ਉਹ ਰਿਜ਼ੋਲਵ ਨਹੀਂ ਹੋ ਰਹੇ ਹੈ ਕਿ ਉਹ ਪਾਰਟੀ ਤੋਂ ਅਲੱਗ ਹੋ ਕੇ ਇਸ਼ੂ ਚੱਕਣ ਦੀ ਗੱਲ ਤੁਹਾਡੇ ਮਨ ਦੇ ਵਿੱਚ? ਨਹੀਂ, ਹਜੇ ਤਾਂ ਮੈਂ ਪਾਰਟੀ 'ਚ ਹੀ ਹਾਂ। ਕਿਉਂ ਮੈਨੂੰ ਕਾਹਨੂੰ ਕਢਾਉਣ ਨੂੰ ਤੁਸੀਂ ਤੁਰੇ ਫਿਰਦੇ ਯਾਰ? ਕਿਉਂ ਇਦਾਂ ਦੀਆਂ ਗੱਲਾਂ ਕਰਦੇ ਯਾਰ? ਤੁਹਾਨੂੰ ਲੱਗਦਾ ਕਿ ਹੋਏਗਾ ਕੀ ਹੈ, ਤੁਸੀਂ ਕੀ ਚਾਹੁੰਦੇ ਹੋ ਕਿ ਇਹ ਚੀਜ਼ਾਂ ਹੋ ਜਾਣ ਤੇ ਕਾਂਗਰਸ ਜਿੱਤ ਸਕੇ? ਆਪਾਂ ਤਾਂ ਯਾਰ ਆਪਾਂ ਹੁਣ ਪਹਿਲਾਂ ਕੀ ਕਰਦੇ ਰਹੇ, ਅੱਧਾ ਘੰਟਾ ਤਾਂ ਇਹੀ ਕਹਿੰਦੇ ਰਹੇ। ਨਹੀਂ, ਮੈਂ ਤਾਂ ਕਹਿੰਦਾ ਇਹ ਕਰ ਦੇਵੇ, ਇਹ ਕਰ ਦੇਣ ਤਾਂ ਇਹਦੇ 'ਚ ਵੀ ਕੀ ਸਾਨੂੰ ਪ੍ਰੋਬਲਮ ਹੈ? ਮੈਨੂੰ ਇਦਾਂ ਦਾ ਕੋਈ ਇਸ਼ੂ ਤਾਂ ਨਹੀਂ ਹੈ। ਮੇਰਾ ਤਾਂ ਇਸ਼ੂ ਬੇਸ, ਕਿਉਂਕਿ ਬੇਸਿਕਲੀ ਦੇਖੋ ਮੀਡੀਆ ਇੱਕ ਇਹ ਕਰਾਉਂਦਾ ਕਿ ਹਾਂਜੀ ਉਹ ਇੰਨੇ ਗਰੁੱਪ 'ਚ ਇੰਨੇ ਬੰਦੇ ਆ, ਇੰਨੇ ਗਰੁੱਪ 'ਚ ਇੰਨੇ ਬੰਦੇ ਆ। ਅਸੀਂ ਤਾਂ ਕਿਸੇ ਗਰੁੱਪ 'ਚ ਹੀ ਹੈ ਨਹੀਂਗੇ। ਨਹੀਂ, ਡਿਨਰ ਕਰਨਾ ਮਾੜੀ ਗੱਲ ਨਹੀਂ ਹੈ, ਡਿਨਰ ਕਰਨਾ ਮਾੜੀ ਗੱਲ ਨਹੀਂ ਉਹਦਾ, ਲੇਕਿਨ ਮੈਸੇਜ ਦੇਣਾ ਇਹ ਮਾੜੀ ਗੱਲ ਹੈ। ਨਹੀਂ, ਮੈਂ ਤਾਂ ਪ੍ਰਧਾਨ ਦੀ ਕੋਈ ਗੱਲ ਨਹੀਂ ਕੀਤੀ। ਮੈਂ ਤਾਂ ਕਹਿੰਦਾ ਦੇਖੋ ਸਰਕਾਰ ਆ, ਸਰਕਾਰ ਜੇ ਐਗਜ਼ੀਕਿਊਟ ਕਰ ਲਵੇ ਤਾਂ ਸਾਨੂੰ ਕੀ ਪ੍ਰੋਬਲਮ ਹੈ, ਪਰ ਜੇ ਨਹੀਂ ਕਰਦੇ ਤਾਂ ਦੈਨ देयर इज ए प्रॉब्लम। थैंक यू जी।